ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਰੋਸ ਨਾ ਕਾਹੂ ਸੰਗ ਕਰਹੁ, ਆਪਣੇ ਆਪ ਵਿਚਾਰ। ਹੋਏ ਨਿਮਾਨਾ ਜਗ ਰਹਿ, ਹੋਏ ਨਿਮਾਨਾ ਜਗ ਰਹੋ, ਨਾਨਕ ਨਦਰੀ ਪਾਰ। ਪੌੜੀ। ਰਾਰਾ ਰੇਨ ਹੋਤ ਸਭ ਜਾ ਕੀ, ਤਜ ਅਭਿਮਾਨ ਛੁਟੈ ਤੇਰੀ ਬਾਕੀ। ਰਣ ਦਰਗਹਿ ਤੋ ਸੀਜਹਿ ਪਾਈ, ਜੋ ਗੁਰਮੁਖ ਰਾਮ ਨਾਮ ਲਿਵ ਲਾਏ। ਰਹਿਤ ਰਹਿਤ ਰਹਿ ਜਾਹੇ ਬਿਕਾਰਾ, ਗੁਰ ਪੂਰੇ ਕੈ ਸ਼ਬਦ ਅਪਾਰਾ। ਰਾਤੇ ਰੰਗ ਨਾਮ ਰਸ ਮਾਤੇ, ਨਾਨਕ ਹਰ ਗੁਰ ਕੀਨੀ ਦਾਤੇ। ਸ਼ਲੋਕ ਰੋਸ ਨਾ ਕਾਹੂ ਸੰਗ ਕਰਹੁ, ਆਪਣੇ ਆਪ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਓ ਪਾਵਨ 10 ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਗੌੜੀ ਰਾਗ ਦੇ ਅੰਦਰ ਇੱਕ ਸਤਿਗੁਰੂ ਦੀ ਵਿਸ਼ੇਸ਼ ਬਾਣੀ 52 ਅੱਖਰੀ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਇਸ ਬਾਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸੰਸਕ੍ਰਿਤ ਦੀ ਵਰਣਮਾਲਾ, ਜਿਸ ਦੇ 52 ਅੱਖਰ ਸਾਰੇ ਮੰਨੇ ਗਏ ਹਨ, 16 ਸਵਰ ਹਨ, 34 ਵਿਅੰਜਨ ਹਨ, ਬਾਕੀ ਕੁਝ ਹੋਰ ਅੱਖਰ ਨੇ, ਉਹਨਾਂ ਦੁਆਰਾ ਉਪਦੇਸ਼ ਬਖਸ਼ਿਸ਼ ਕੀਤੇ ਹਨ। 43 ਸ਼ਲੋਕਾਂ ਦੀ ਪੌੜੀਆਂ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ ਰਾਰੇ ਅੱਖਰ ਦੁਆਰਾ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਉਪਦੇਸ਼ ਆਰੰਭ ਕਰ ਰਹੇ ਹਨ। ਆਪ ਸੰਗਤਾਂ ਬੜੇ ਪ੍ਰੇਮ ਤੇ ਸ਼ਰਧਾ ਦੇ ਨਾਲ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਰੋਸ ਨਾ ਕਾਹੂ ਸੰਗ ਕਰਹੁ, ਆਪਣੇ ਆਪ ਵਿਚਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨੁੱਖਤਾ ਦੀ ਕਲਿਆਣ ਕਰਨ ਦੇ ਲਈ ਸੜਦੇ ਬਲਦੇ ਸੰਸਾਰ ਨੂੰ ਠੰਡ ਵਰਤਾਉਣ ਦੇ ਲਈ ਇਹ ਪਾਵਨ ਬਾਣੀ ਦੁਆਰਾ ਅੰਮ੍ਰਿਤ ਦੀ ਵਰਖਾ ਕਰ ਰਹੇ ਹਨ। ਹਜ਼ੂਰ ਫਰਮਾਉਂਦੇ ਨੇ, ਐ ਦੁਨੀਆ ਦੇ ਲੋਗੋ, ਰੋਸ ਨਾ ਕਾਹੂ ਸੰਗ ਕਰਹੁ। ਤੁਸੀਂ ਕਿਸੇ ਵੀ ਨਾਲ, ਰੋਸ ਦਾ ਅਰਥ ਹੈ ਗੁੱਸਾ, ਰੋਸ ਦਾ ਅਰਥ ਹੈ ਕ੍ਰੋਧ,
ਰੋਸ ਦਾ ਅਰਥ ਹੈ ਕਿਸੇ ਨਾਲ ਨਾਰਾਜ਼ ਹੋ ਜਾਣਾ। ਹਜ਼ੂਰ ਕਹਿੰਦੇ ਨੇ ਰੋਸ ਨਾ ਕਾਹੂ ਸੰਗ ਕਰੋ। ਭਾਈ ਤੁਸੀਂ ਕਿਸੇ ਦੇ ਨਾਲ ਵੀ ਨਾਰਾਜ਼ਗੀ ਨਾ ਕਰੋ, ਕਿਸੇ ਨਾਲ ਵੀ ਕ੍ਰੋਧ ਨਾ ਕਰੋ, ਕਿਸੇ ਨਾਲ ਵੀ ਗੁੱਸੇ ਨਾ ਹੋਵੋ। ਆਪਣ ਆਪ ਵਿਚਾਰ, ਤੁਸੀਂ ਆਪਣੇ ਆਪੇ ਦੀ ਵਿਚਾਰ ਕਰੋ। ਜਦੋਂ ਕੋਈ ਤੁਹਾਨੂੰ ਕੋਈ ਗੁੱਸੇ ਵਿੱਚ ਕੁਝ ਆਖ ਦਿੰਦਾ ਹੈ ਤਾਂ ਉਹਦਾ ਜਵਾਬ ਦੇਣ ਦੀ ਥਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਆਪਣੇ ਅੰਦਰ ਵੱਲ ਝਾਤ ਮਾਰਨੀ ਹੈ, ਆਪਣੇ ਆਪੇ ਦੀ ਵਿਚਾਰ ਕਰਨੀ ਹੈ। ਉਸ ਵੇਲੇ ਆਪਣੇ ਮਨ ਵਿੱਚ ਇਹ ਗੱਲ ਵਿਚਾਰਨੀ ਹੈ, ਜਿਹੜਾ ਆਦਮੀ ਮੈਨੂੰ ਕੁਛ ਕਹਿ ਰਿਹਾ ਹੈ ਕਿ ਵਾਕਿਆ ਹੀ ਉਹ ਔਗਣ ਜਾਂ ਉਹ ਘਾਟ ਮੇਰੇ ਅੰਦਰ ਮੌਜੂਦ ਹੈ। ਜੇ ਤਾਂ ਗੱਲ ਸੱਚੀ ਹੋਵੇ ਫਿਰ ਉਸ ਘਾਟ ਨੂੰ, ਉਸ ਔਗਣ ਨੂੰ ਦੂਰ ਕਰਨਾ ਚਾਹੀਦਾ ਹੈ। ਹਾਂ, ਜੇ ਕੋਈ ਨਜਾਇਜ਼ ਵੀ ਕੋਈ ਗੱਲ ਆਖਦਾ ਹੈ ਤਾਂ ਸਤਿਗੁਰੂ ਕਹਿੰਦੇ ਨੇ ਉਸ ਵੇਲੇ ਵੀ ਆਪਣੇ ਆਪੇ ਦੀ ਵਿਚਾਰ ਕਰੋ। ਜੇ ਹੁਣ ਸਾਡੇ ਅੰਦਰ ਉਹ ਔਗਣ ਹੈ ਹੀ ਨਹੀਂ, ਕੋਈ ਦੂਸਰਾ ਆਦਮੀ ਬੇਵਜ੍ਹਾ ਹੀ ਸਾਡੇ 'ਤੇ ਦੋਸ਼ ਆਰੋਪ ਰਿਹਾ ਹੈ, ਤਾਂ ਉਸ ਵੇਲੇ ਵੀ ਤੁਸੀਂ ਆਪਣੇ ਮਨ ਵਿੱਚ ਇਸ ਗੱਲ ਦੀ ਵਿਚਾਰ ਕਰੋ, ਜੇ ਹੁਣ ਮੇਰੇ ਵਿੱਚ ਕੋਈ ਔਗਣ ਹੈ ਹੀ ਨਹੀਂ, ਜੇ ਕੋਈ ਦੂਸਰਾ ਕਹਿ ਵੀ ਰਿਹਾ ਹੈ ਤੇ ਮੈਨੂੰ ਉਸ ਦਾ ਗੁੱਸਾ ਨਹੀਂ ਕਰਨਾ ਚਾਹੀਦਾ, ਕਿਉਂਕਿ ਕਿਸੇ ਦੇ ਕਿਹਾਂ 'ਤੇ ਕੋਈ ਦੋਸ਼ੀ ਨਹੀਂ ਬਣ ਜਾਂਦਾ। ਇਹਨਾਂ ਗੱਲਾਂ ਦੀ ਵਿਚਾਰ ਕਰਨੀ ਚਾਹੀਦੀ ਹੈ। ਇੱਕ ਬੜੀ ਸੁੰਦਰ ਸਾਖੀ ਆਉਂਦੀ ਹੈ। ਚੀਨ ਦੇ ਅੰਦਰ ਇੱਕ ਕੋਈ ਫਕੀਰ ਸੀ ਔਰ ਉਹ ਫਕੀਰ ਇੱਕ ਬੜਾ ਹੀ ਅਲਬੇਲਾ ਵਿਅਕਤੀ ਸੀ ਔਰ ਉਹ ਜਦੋਂ ਵੀ ਕਿਸੇ ਨਗਰ ਵਿੱਚ ਜਾਂਦਾ ਤਾਂ ਉਸ ਵੇਲੇ ਉਹ ਪਿੰਡ ਤੋਂ ਬਾਹਰ ਆਪਣਾ ਡੇਰਾ ਕਰ ਲੈਂਦਾ ਤੇ ਜਦੋਂ ਭੁੱਖ ਲੱਗਦੀ ਖੈਰ ਮੰਗਣ ਵਾਸਤੇ ਘਰਾਂ ਵਿੱਚ ਚਲਿਆ ਜਾਂਦਾ। ਉਸ ਤੋਂ ਬਾਅਦ ਜਦੋਂ ਕੋਈ ਆਦਮੀ ਉਹਦੇ ਕੋਲੇ ਆ ਕੇ ਕਿਸੇ ਕਿਸਮ ਦਾ ਵੀ ਕੋਈ ਰੋਸ ਕਰਦਾ, ਕੋਈ ਗੁੱਸਾ ਜ਼ਾਹਰ ਕਰਦਾ, ਤਾਂ ਉਹ ਉਸ ਨੂੰ ਬਿਲਕੁਲ ਕੋਈ ਜਵਾਬ ਨਹੀਂ ਸੀ ਦਿੰਦਾ। ਜਦੋਂ ਉਹਦੇ ਮਨ ਦੇ ਵਿੱਚ ਕੋਈ ਗੁੱਸੇ ਦਾ ਭਾਵ ਪੈਦਾ ਹੁੰਦਾ ਤਾਂ ਉਹ ਕੀ ਕਰਿਆ ਕਰਦਾ, ਉਹਦੇ ਕੋਲੇ ਇੱਕ ਮਨੁੱਖ ਦੀ ਖੋਪਰੀ ਸੀ, ਉਹ ਮਨੁੱਖ ਦੀ ਖੋਪਰੀ ਨੂੰ ਬਾਹਰ ਕੱਢ ਲੈਂਦਾ, ਉਹਨੂੰ ਆਪਣੇ ਸਾਹਮਣੇ ਰੱਖ ਕੇ ਤੇ ਫਿਰ ਆਪਣੇ ਆਪੇ ਦੀ ਵਿਚਾਰ ਕਰਨ ਲੱਗ ਜਾਂਦਾ। ਜਦੋਂ ਵੀ ਕੋਈ ਆਦਮੀ ਉਸ ਨੂੰ ਬੁਰਾ ਭਲਾ ਆਖਦਾ, ਉਸ ਖੋਪਰੀ ਨੂੰ ਕੱਢ ਕੇ ਤੇ ਆਪਣੇ ਮਨ ਦੇ ਨਾਲ ਵਿਚਾਰ ਕਰਨ ਲੱਗ ਜਾਂਦਾ, ਆਪਣੇ ਮਨ ਨੂੰ ਸਮਝਾਉਂਦਾ ਕਿ ਮਨਾ, ਤੂੰ ਇਸ ਗੱਲ ਦਾ ਗੁੱਸਾ ਕਿਉਂ ਕਰਦਾ ਹੈ। ਆਖਰ ਇੱਕ ਦਿਨ ਕੋਈ ਆਦਮੀ ਬਿਲਾ ਵਜ੍ਹਾ ਉਸ 'ਤੇ ਹਮਲਾ ਕਰਕੇ ਆਇਆ। ਉਸਨੇ ਉਸ ਨੂੰ ਬੁਰਾ ਭਲਾ ਵੀ ਆਖਿਆ, ਇੱਥੋਂ ਤੱਕ ਗਾਲਾਂ ਵੀ ਕੱਢ ਦਿੱਤੀਆਂ, ਪਰ ਉਹ ਮਨੁੱਖ ਆਪਣੇ ਆਪੇ ਦੀ ਵਿਚਾਰ ਹੀ ਕਰਦਾ ਰਿਹਾ। ਉਸਨੇ ਉਹ ਖੋਪਰੀ ਕੱਢ ਲਈ ਤੇ ਉਸ ਖੋਪਰੀ ਦੇ ਨਾਲ ਹੀ ਵਿਚਾਰਾਂ ਸਾਂਝੀਆਂ ਕਰ ਰਿਹਾ ਹੈ ਤੇ ਆਪਣੇ ਮਨ ਨੂੰ ਸਮਝਾ ਰਿਹਾ ਹੈ ਕਿ ਮਨਾ, ਇਹ ਵੀ ਇੱਕ ਦਿਨ ਕੋਈ ਐਸਾ ਮਨੁੱਖ ਹੋਵੇਗਾ ਜਿਹਦੇ ਸਾਹਮਣੇ ਲੋਕ ਸਲਾਮਾਂ ਕਰਦੇ ਹੋਣਗੇ। ਅੱਜ ਇਹ ਇੱਕ ਖੋਪਰੀ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਰਿਹਾ, ਤੇਰੀ ਵੀ ਇੱਕ ਦਿਨ ਇਹ ਹਾਲਤ ਹੋ ਜਾਣੀ ਹੈ, ਤੂੰ ਗੁੱਸਾ ਕਿਉਂ ਕਰਦਾ। ਔਰ ਕਹਿੰਦੇ ਨੇ ਉਸ ਫਕੀਰ ਨੇ ਆਪਣੇ ਮਨ ਨੂੰ ਤੇ ਸਮਝਾ ਲਿਆ, ਪਰ ਜਿਹੜਾ ਆਦਮੀ ਉਹ ਗਾਲਾਂ ਕੱਢ ਰਿਹਾ ਸੀ ਉਹ ਆਪਣੇ ਘਰ ਗਿਆ। ਉਹਨੂੰ ਰਾਤ ਨੂੰ ਨੀਂਦ ਨਾ ਆਈ, ਬੜਾ ਪਰੇਸ਼ਾਨ ਹੋਇਆ, ਕਿਉਂਕਿ ਜਦੋਂ ਆਦਮੀ ਕੋਈ ਨਜਾਇਜ਼ ਕੰਮ ਕਰਦਾ ਹੈ ਫਿਰ ਉਹਦੇ ਮਨ ਦੇ ਵਿੱਚ ਇੱਕ ਅਜੀਬ ਕਿਸਮ ਦੀ ਪਰੇਸ਼ਾਨੀ ਤੇ ਘਬਰਾਹਟ ਤੇ ਅਸ਼ਾਂਤੀ ਪੈਦਾ ਹੋ ਜਾਂਦੀ ਹੈ। ਇੱਕ ਐਸਾ ਤੂਫਾਨ ਉੱਠਦਾ, ਉਸ ਨੂੰ ਬੇਚੈਨ ਕਰ ਦਿੰਦਾ ਹੈ। ਹੁਣ ਉਹ ਆਪਣੇ ਘਰ ਜਾ ਕੇ ਸਾਰੀ ਰਾਤ ਸੌਂ ਨਹੀਂ ਸਕਿਆ। ਫਿਰ ਉਹਦੇ ਮਨ ਦੇ ਵਿੱਚ ਅਚਾਨਕ ਖਿਆਲ ਆਇਆ, ਕਹਿਣ ਲੱਗਾ, ਤੂੰ ਇੱਕ ਸਾਧੂ ਬੰਦੇ ਦੇ ਨਾਲ ਜ਼ਿਆਦਤੀ ਕੀਤੀ ਹੈ, ਤੂੰ ਇੱਕ ਰੱਬ ਦੇ ਬੰਦੇ ਦੇ ਨਾਲ ਵਧੀਕੀ ਕੀਤੀ ਹੈ,
ਇਸ ਲਈ ਤੂੰ ਕਦੇ ਵੀ ਸ਼ਾਂਤ ਨਹੀਂ ਹੋ ਸਕੇਗਾ ਜਿੰਨਾ ਚਿਰ ਤੱਕ ਉਹਦੇ ਪਾਸ ਜਾ ਕੇ ਖਿਮਾ ਨਾ ਮੰਗ ਲਵੇਂ। ਦੂਸਰੇ ਦਿਨ ਉਹ ਆਦਮੀ ਸਵੇਰੇ ਉੱਠਿਆ ਤੇ ਉਸਨੇ ਜਾ ਕੇ ਉਸੇ ਫਕੀਰ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਬੇਨਤੀ ਕੀਤੀ। ਕਹਿੰਦਾ, ਮਹਾਰਾਜ ਮੈਨੂੰ ਮਾਫ ਕਰ ਦੇਵੋ। ਤਾਂ ਉਸ ਵੇਲੇ ਉਹ ਫਕੀਰ ਕਹਿਣ ਲੱਗਾ, ਬਈ ਤੂੰ ਮੈਨੂੰ ਕੁਝ ਆਖਿਆ ਹੀ ਨਹੀਂ, ਮੁਆਫੀ ਕਿਸ ਗੱਲ ਦੀ ਮੰਗ ਰਿਹਾ ਹੈ? ਉਹ ਆਦਮੀ ਬੜਾ ਹੈਰਾਨ ਹੋਇਆ। ਕਹਿਣ ਲੱਗਾ, ਕੱਲ ਮੈਂ ਤੁਹਾਡੇ ਨਾਲ ਝਗੜਾ ਕਰਕੇ ਗਿਆ ਹਾਂ, ਤੁਹਾਨੂੰ ਗਾਲਾਂ ਵੀ ਕੱਢੀਆਂ ਸਨ ਤੇ ਤੁਹਾਨੂੰ ਯਾਦ ਨਹੀਂ? ਤਾਂ ਉਸ ਵੇਲੇ ਫਕੀਰ ਹੱਸਿਆ। ਕਹਿੰਦਾ, ਜਿਹੜਾ ਕੱਲ ਦਾ ਸਮਾਂ ਸੀ ਉਹ ਤੇ ਬੀਤ ਗਿਆ, ਬੀਤੇ ਦੀ ਗੱਲ ਕਰਨੀ ਫਜ਼ੂਲ ਹੁੰਦੀ ਹੈ, ਤੂੰ ਅੱਜ ਦੀ ਗੱਲ ਕਰ, ਹੁਣ ਦੀ ਗੱਲ ਕਰ। ਉਹ ਆਦਮੀ ਬੜਾ ਹੈਰਾਨ ਹੋਇਆ। ਕਹਿਣ ਲੱਗਾ, ਫਿਰ ਅੱਛਾ ਮੈਨੂੰ ਤੁਸੀਂ ਇਹ ਗੱਲ ਦੱਸੋ, ਤੁਸੀਂ ਆਪਣੇ ਮਨ ਤੇ ਇੰਨਾ ਕੰਟਰੋਲ ਕਿਵੇਂ ਕੀਤਾ ਹੈ? ਤਾਂ ਉਸਨੇ ਆਪਣੇ ਝੋਲੇ ਵਿੱਚੋਂ ਖੋਪਰੀ ਕੱਢ ਲਈ ਤੇ ਉਹ ਖੋਪਰੀ ਕੱਢ ਕੇ ਕਹਿਣ ਲੱਗਾ, ਇਹ ਸਾਰੀ ਇਹਦੀ ਹੀ ਮਿਹਰਬਾਨੀ ਹੈ। ਉਹ ਆਦਮੀ ਪੁੱਛਣ ਲੱਗਿਆ ਵੀ ਇਹ ਖੋਪਰੀ ਕਿਸ ਬੰਦੇ ਦੀ ਹੈ, ਇਹਨੂੰ ਕਿਸ ਵਾਸਤੇ ਤੂੰ ਆਪਣੇ ਪਾਸ ਰੱਖਿਆ ਹੋਇਆ? ਤਾਂ ਉਸ ਵੇਲੇ ਉਸ ਫਕੀਰ ਨੇ ਦੱਸਿਆ, ਇੱਕ ਦਿਨ ਮੈਂ ਸ਼ਾਹੀ ਕਬਰਸਤਾਨ ਦੇ ਵਿੱਚ ਗਿਆ, ਜਿੱਥੇ ਦੁਨੀਆ ਦੇ ਬੜੇ ਬੜੇ ਰਾਜੇ ਮਹਾਰਾਜੇ ਹੀ ਦਫਨਾਏ ਜਾਂਦੇ ਸਨ। ਇੱਕ ਦਿਨ ਮੈਂ ਜਾ ਕੇ ਕੀ ਵੇਖਿਆ, ਉੱਥੇ ਕੁਝ ਕੁੱਤੇ ਉਸ ਕਬਰਸਤਾਨ ਦੇ ਵਿੱਚ ਖੇਡ ਰਹੇ ਸਨ ਔਰ ਉਹਨਾਂ ਨੇ ਆਪਣੇ ਪੈਰਾਂ ਦੇ ਨਾਲ ਇੱਕ ਕਬਰ ਨੂੰ ਖੋਦਣਾ ਸ਼ੁਰੂ ਕਰ ਦਿੱਤਾ। ਆਖਿਰ ਉਹਨਾਂ ਨੇ ਕੁੱਤਿਆਂ ਨੇ ਉਸ ਕਬਰ ਨੂੰ ਡੂੰਘਾ ਖੋਦ ਕੇ ਤੇ ਜਦੋਂ ਉਹਦੇ ਵੱਲ ਝਾਤ ਮਾਰੀ, ਉਹਨਾਂ ਨੂੰ ਇੱਕ ਹੱਡੀਆਂ ਦਾ ਪਿੰਜਰ ਦਿਸਿਆ ਤੇ ਉਹਨਾਂ ਨੇ ਉਸ ਦੀ ਇੱਕ ਖੋਪਰੀ ਇੱਕ ਪਾਸਿਓਂ ਤੋੜ ਲਈ ਤੇ ਉਹਨੂੰ ਬਾਹਰ ਖਿੱਚ ਲਿਆਂਦਾ ਤੇ ਕੁੱਤੇ ਉਸ ਖੋਪਰੀ ਦੇ ਨਾਲ ਖੇਡਣ ਲੱਗੇ। ਤੇ ਜਦੋਂ ਮੈਂ ਉੱਥੇ ਕਬਰਸਤਾਨ ਦੇ ਵਿੱਚ ਇਹ ਸਾਰਾ ਕੁਝ ਵੇਖ ਰਿਹਾ ਸੀ ਤੇ ਮੈਂ ਉਸ ਕਬਰ ਦੇ ਕੋਲ ਗਿਆ ਤੇ ਉੱਥੇ ਜਾ ਕੇ ਜਦੋਂ ਮੈਂ ਨਾਮ ਪੜ੍ਹਿਆ ਤੇ ਉਹ ਨਾਮ ਕਿਸੇ ਬਾਦਸ਼ਾਹ ਦਾ ਸੀ, ਕੋਈ ਉਸ ਦੇਸ਼ ਦਾ ਰਾਜਾ, ਕੋਈ ਸਮਰਾਟ ਹੋ ਚੁੱਕਿਆ ਸੀ, ਉਹਦਾ ਨਾਮ ਲਿਖਿਆ ਹੋਇਆ ਸੀ ਉਸ ਕਬਰ ਤੇ। ਤੇ ਉਸ ਵੇਲੇ ਮੈਂ ਆਪਣੇ ਮਨ ਦੇ ਵਿੱਚ ਬੜਾ ਹੈਰਾਨ ਹੋਇਆ, ਸੋਚਿਆ ਬਈ ਦੇਖੋ ਇਹ ਕੋਈ ਬਾਦਸ਼ਾਹ ਸੀ, ਕਿਸੇ ਦਿਨ ਕਿੰਨੇ ਲੋਕ ਇਹਨੂੰ ਸਲੂਟਾਂ ਮਾਰਦੇ ਹੋਣਗੇ, ਪਰ ਉਸੇ ਸਿਰ ਨੂੰ ਅੱਜ ਕੁੱਤੇ ਇਸ ਨੂੰ ਘਸੀਟੀ ਫਿਰਦੇ ਨੇ। ਇਹ ਕਿਹੋ ਜਿਹਾ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਬਣਾਇਆ ਹੈ। ਕਹਿੰਦਾ, ਮੈਨੂੰ ਉਸ ਤੋਂ ਬੜੀ ਅੱਛੀ ਸਿੱਖਿਆ ਮਿਲੀ ਤੇ ਮੈਂ ਉਸ ਖੋਪਰੀ ਨੂੰ ਉੱਥੋਂ ਉਠਾਇਆ ਤੇ ਆਪਣੇ ਕੋਲ ਰੱਖ ਲਿਆ। ਹੁਣ ਜਦੋਂ ਵੀ ਮੇਰੇ ਮਨ ਦੇ ਵਿੱਚ ਕਿਧਰੇ ਗੁੱਸਾ ਆਉਂਦਾ ਹੈ, ਕੋਈ ਮੈਨੂੰ ਬੁਰਾ ਭਲਾ ਬੋਲ ਕਬੂਲ ਕਰ ਦਿੰਦਾ ਹੈ ਤੇ ਉਸ ਵੇਲੇ ਮੈਂ ਉਹ ਖੋਪਰੀ ਨੂੰ ਸਾਹਮਣੇ ਕੱਢ ਕੇ ਰੱਖ ਲੈਂਦਾ ਹਾਂ ਤੇ ਆਪਣੇ ਮਨ ਨੂੰ ਸਮਝਾਉਣਾ ਹਾਂ ਕਿ ਮਨਾ, ਜੇ ਬਾਦਸ਼ਾਹਾਂ ਦੀ ਇਹ ਹਾਲਤ ਹੋ ਸਕਦੀ ਹੈ ਔਰ ਉਹਨਾਂ ਦੇ ਸਿਰਾਂ ਨੂੰ ਕੁੱਤੇ ਕਬਰਾਂ ਦੇ ਵਿੱਚੋਂ ਬਾਹਰ ਕੱਢ ਕੇ ਉਹਦੇ ਨਾਲ ਖੇਡ ਸਕਦੇ ਨੇ, ਉਸ ਦੀ ਨਰਾਦਰੀ ਕਰ ਸਕਦੇ ਨੇ, ਤੇ ਇੱਕ ਦਿਨ ਤੇਰੀ ਵੀ ਹਾਲਤ ਇਹ ਹੋ ਜਾਣੀ ਹੈ, ਤੂੰ ਗੁੱਸਾ ਕਿਉਂ ਕਰਦਾ? ਇਹ ਸਰੀਰ ਤਾਂ ਮਿੱਟੀ ਹੈ, ਬਸ ਆਹੀ ਚੀਜ਼ ਹੈ ਜਿਹਦੇ ਨਾਲ ਮੈਂ ਆਪਣੇ ਮਨ ਤੇ ਕੰਟਰੋਲ ਕੀਤਾ ਹੈ। ਉਹ ਜਿਹੜਾ ਆਦਮੀ ਸੀ ਉਸ ਫਕੀਰ ਦਾ ਹਮੇਸ਼ਾ ਲਈ ਮੁਰੀਦ ਬਣ ਗਿਆ। ਕਹਿਣ ਲੱਗਾ, ਤੁਸੀਂ ਧੰਨ ਹੋ ਜਿਨ੍ਹਾਂ ਨੇ ਆਪਣੇ ਗੁੱਸੇ ਤੇ ਕੰਟਰੋਲ ਕਰ ਲਿਆ ਹੈ, ਆਪਣੇ ਮਨ ਦੇ ਉੱਤੇ ਕੰਟਰੋਲ ਕਰ ਲਿਆ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੀ ਸਾਨੂੰ ਇਹ ਸਿੱਖਿਆ ਦਿੰਦੇ ਹਨ, ਰੋਸ ਨਾ ਕਾਹੂ ਸੰਗ ਕਰੋ ਆਪਣ ਆਪ ਵਿਚਾਰ। ਗੁਰਮੁਖੋ, ਤੁਸੀਂ ਆਪਣੇ ਆਪੇ ਦੀ ਵਿਚਾਰ ਕਰੋ ਤੇ ਕਿਸੇ ਨਾਲ ਗੁੱਸਾ ਨਾ ਕਰੋ, ਭਾਵ ਆਪਣੇ ਹਿਰਦੇ ਵਿੱਚ ਕ੍ਰੋਧ ਨਾ ਪੈਦਾ ਕਰੋ, ਕਿਸੇ ਨਾਲ ਨਾਰਾਜ਼ਗੀ ਨਾ ਪੈਦਾ ਕਰੋ। ਕਿਉਂਕਿ ਜਦੋਂ ਆਦਮੀ ਦੇ ਮਨ ਦੇ ਵਿੱਚ ਕ੍ਰੋਧ ਪੈਦਾ ਹੁੰਦਾ ਹੈ, ਜੇ ਬੰਦਾ ਥੋੜਾ ਜਿਹਾ ਉਸ ਵੇਲੇ ਗੰਭੀਰਤਾ ਨਾਲ ਸੋਚੇ, ਉਹਦਾ ਆਪਣਾ ਮਨ ਜ਼ਿਆਦਾ ਪਰੇਸ਼ਾਨ ਹੁੰਦਾ ਹੈ। ਇਹ ਇੱਕ ਹਕੀਕਤ ਹੈ। ਜਦੋਂ ਸਾਡੇ ਮਨ ਦੇ ਵਿੱਚ ਕ੍ਰੋਧ ਆਉਂਦਾ ਹੈ, ਉਸ ਵੇਲੇ ਸਾਡਾ ਆਪਣਾ ਮਨ ਪਰੇਸ਼ਾਨ ਹੁੰਦਾ ਹੈ। ਜਦੋਂ ਮਨ ਪਰੇਸ਼ਾਨ ਹੁੰਦਾ ਹੈ, ਉਸ ਵੇਲੇ ਬਲੱਡ ਪ੍ਰੈਸ਼ਰ ਵੀ ਹਾਈ ਹੋ ਜਾਂਦਾ ਹੈ, ਸਰੀਰ ਵੀ ਬਿਮਾਰ ਹੋ ਜਾਂਦਾ ਹੈ। ਅਸੀਂ ਗੁੱਸਾ ਕਰਕੇ ਆਪਣੇ ਆਪ ਨੂੰ ਤੇ ਬਿਮਾਰ ਕਰਦੇ ਹਾਂ, ਦੁੱਖ ਦੇ ਵਿੱਚ ਪਾਉਂਦੇ ਹਾਂ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਦਿੰਦੇ ਹਨ
ਬਈ ਤੁਸੀਂ ਕਿਸੇ ਨਾਲ ਵੀ ਗੁੱਸਾ ਨਾ ਕਰੋ। ਜੇ ਕੋਈ ਤੁਹਾਨੂੰ ਨਜਾਇਜ਼ ਗੱਲ ਵੀ ਆਖ ਦਿੰਦਾ ਹੈ ਤੇ ਉੱਥੇ ਵੀ ਆਪਣੇ ਮਨ ਵਿੱਚ ਵਿਚਾਰ ਕਰੋ, ਤੇ ਜੇ ਕੋਈ ਜਾਇਜ਼ ਗੱਲ ਆਖਦਾ ਹੈ ਉੱਥੇ ਵੀ ਆਪਣੇ ਮਨ ਦੇ ਵਿੱਚ ਵਿਚਾਰ ਕਰੋ। ਜੇ ਕੋਈ ਨਜਾਇਜ਼ ਗੱਲ ਕਹਿ ਰਿਹਾ ਹੈ ਤੇ ਫਿਰ ਤੁਸੀਂ ਆਪਣੇ ਮਨ ਦੇ ਨਾਲ ਇਹ ਵਿਚਾਰ ਕਰੋ ਬਈ ਮੈਂ ਤੇ ਸਭ ਕੁਝ ਠੀਕ ਹੀ ਕਰੀ ਜਾ ਰਿਹਾ ਹਾਂ, ਤੇ ਜੇ ਕੋਈ ਆਦਮੀ ਬਿਨਾਂ ਮਤਲਬ ਤੋਂ ਗੁੱਸਾ ਕਰਦੇ ਨੇ ਜਾਂ ਮੈਨੂੰ ਨੋਕ ਟੋਕ ਕਰਦੇ ਨੇ, ਇਹਦੇ ਨਾਲ ਭਲਾ ਮੇਰਾ ਕੀ ਨੁਕਸਾਨ ਹੋ ਚੱਲਿਆ। ਜੇ ਕੋਈ ਜਾਇਜ਼ ਗੱਲ ਕਹਿੰਦਾ ਹੈ ਤਾਂ ਮੰਨ ਲੈਣ ਦੇ ਵਿੱਚ ਵੀ ਕੋਈ ਹਰਜ ਨਹੀਂ ਹੁੰਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਭਾਈ ਆਪਣੇ ਆਪੇ ਦੀ ਵਿਚਾਰ ਕਰੋ, ਕਿਸੇ ਨਾਲ ਗੁੱਸਾ ਨਾ ਕਰੋ। ਹੋਏ ਨਿਮਾਨਾ ਜਗ ਰਹੋ ਨਾਨਕ ਨਦਰੀ ਪਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਨਿਮਾਣਾ ਹੋ ਕੇ ਸੰਸਾਰ ਦੇ ਵਿੱਚ ਰਵੋ। ਮਨ ਨੂੰ ਸਿੱਖਿਆ ਦਿੰਦੇ ਹਨ ਵੀ ਤੂੰ ਨਿਰਮਾਣ ਹੋ ਕੇ, ਨਿਰਹੰਕਾਰ ਹੋ ਕੇ, ਨਿਮਰਤਾ ਨੂੰ ਧਾਰਨ ਕਰਕੇ ਸੰਸਾਰ ਦੇ ਵਿੱਚ ਰਹਿ। ਨਾਨਕ ਨਦਰੀ ਪਾਰ, ਫਿਰ ਤੇਰੇ ਤੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋਵੇਗੀ, ਉਹਦੀ ਮਿਹਰ ਦੀ ਨਿਗਾਹ ਦੇ ਨਾਲ ਪਾਰ ਹੋ ਜਾਵੇਗਾ। ਬਾਬਾ ਫਰੀਦ ਜੀ ਨੇ ਵੀ ਸਾਨੂੰ ਇਹੀ ਸਿੱਖਿਆ ਦਿੱਤੀ ਹੈ। ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਘੁੰਮ, ਆਪਨੜਾ ਕਰ ਜਾਈਐ ਪੈਰ ਤਿਨਾਂ ਦੇ ਚੁੰਮ। ਵੀ ਜੇ ਕੋਈ ਤੈਨੂੰ ਆ ਕੇ ਮੁਕੀਆਂ ਮਾਰੇ ਜਾਂ ਤੈਨੂੰ ਬੁਰਾ ਭਲਾ ਆਖੇ, ਤੇਰੇ ਤੇ ਅਟੈਕ ਕਰੇ, ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਉਲਟਾ ਤੂੰ ਉਹਨਾਂ ਨੂੰ ਜਵਾਬ ਨਹੀਂ ਦੇਣਾ, ਕੋਈ ਉਹਨਾਂ ਦਾ ਮੁਕਾਬਲਾ ਨਹੀਂ ਕਰਨਾ, ਤੂੰ ਨਿਮਾਣਾ ਹੋ ਕੇ ਰਹਿਣਾ ਹੈ। ਆਪਨੜਾ ਕਰ ਜਾਈਐ ਪੈਰ ਤਿਨਾਂ ਦੇ ਚੁੰਮ। ਵੀ ਤੁਸੀਂ ਜੇ ਆਪਣੇ ਘਰ ਵਿੱਚ ਜਾਣਾ ਚਾਹੁੰਦੇ ਹੋ, ਭਾਵ ਰੱਬ ਦੇ ਘਰ ਵਿੱਚ ਪ੍ਰਵਾਨ ਹੋਣਾ ਚਾਹੁੰਦੇ ਹੋ, ਤੇ ਫਿਰ ਉਹਨਾਂ ਦੇ ਚਰਨ ਫੜ ਲਓ। ਜਿਹੜਾ ਤੁਹਾਨੂੰ ਮਾਰਦਾ ਉਹਦੇ ਚਰਨ ਫੜ ਲਓ। ਇੰਨੀ ਨਿਮਰਤਾ, ਇੰਨੀ ਖਿਮਾ, ਇੰਨੀ ਸਹਿਨਸ਼ੀਲਤਾ ਹੋਣੀ ਬੜੀ ਮੁਸ਼ਕਲ ਹੈ। ਦੱਸਦੇ ਨੇ ਇੱਕ ਭਰਗੂ ਰਿਖੀ ਹੋਇਆ, ਉਹ ਬੜਾ ਹੀ ਸਹਿਨਸ਼ੀਲਤਾ ਵਾਲਾ ਰਿਖੀ ਮੰਨਿਆ ਗਿਆ, ਤੇ ਕਹਿੰਦੇ ਨੇ ਉਸ ਦੀ ਬੜੀ ਦੁਨੀਆ ਦੇ ਵਿੱਚ ਚਰਚਾ ਸੀ। ਕਹਿੰਦੇ ਵੀ ਭਰਗੂ ਰਿਖੀ ਇੱਕ ਇਹੋ ਜਿਹਾ ਰਿਖੀ ਹੈ ਤੇ ਉਹਨੂੰ ਕਦੇ ਵੀ ਗੁੱਸਾ ਨਹੀਂ ਆਉਂਦਾ। ਇਸ ਗੱਲ ਦੇ ਉੱਤੇ ਸਾਰੇ ਦੇਵਤੇ ਵੀ ਹੈਰਾਨ ਹੋਏ। ਦੇਵਤੇ ਕਹਿਣ ਲੱਗੇ ਇਹੋ ਜਿਹਾ ਕਿਹੜਾ ਇਨਸਾਨ ਹੈ, ਕਿਹੜੀ ਮਿੱਟੀ ਦਾ ਬਣਿਆ ਜਿਹਦੇ ਮਨ ਦੇ ਵਿੱਚ ਗੁੱਸਾ ਹੀ ਨਹੀਂ ਆਉਂਦਾ। ਗੁੱਸਾ ਤੇ ਅਕਸਰ ਹਰ ਇੱਕ ਨੂੰ ਆ ਜਾਂਦਾ, ਚਲੋ ਜੇ ਨਜਾਇਜ਼ ਗੱਲ ਤੋਂ ਨਹੀਂ, ਜਾਇਜ਼ ਗੱਲ ਤੇ ਗੁੱਸਾ ਤੇ ਆ ਹੀ ਜਾਂਦਾ ਹੈ ਨਾ। ਇਸੇ ਲਈ ਉਹ ਦੇਵਤਿਆਂ ਵਿੱਚ ਵੀ ਬੜੀ ਇਸ ਗੱਲ ਦੀ ਹੈਰਾਨੀ ਹੋਈ। ਤੇ ਫਿਰ ਜਿਹੜਾ ਵਿਸ਼ਨੂੰ ਦੇਵਤਾ ਸੀ ਉਹ ਕਹਿੰਦਾ ਮੈਂ ਜਾ ਕੇ ਪਰਖ ਕਰਦਾ ਵੀ ਭਰਗੂ ਰਿਖੀ ਵਿੱਚ ਕਿੰਨੀ ਕੁ ਨਿਮਰਤਾ ਹੈ, ਕਿੰਨੀ ਕੁ ਸਹਿਨਸ਼ੀਲਤਾ ਹੈ। ਕਹਿੰਦੇ ਨੇ ਭਰਗੂ ਰਿਖੀ ਜਿੱਥੇ ਕਿਸੇ ਗੁਫਾ ਦੇ ਵਿੱਚ ਬੈਠਾ ਸਮਾਧੀ ਵਿੱਚ ਸਿਮਰਨ ਕਰ ਰਿਹਾ ਸੀ, ਤੇ ਵਿਸ਼ਨੂੰ ਦੇਵਤਾ ਆਪਣਾ ਰੂਪ ਬਦਲ ਕੇ ਉਹਦੇ ਕੋਲ ਗਿਆ। ਉਹ ਤੇ ਸਮਾਧੀ ਵਿੱਚ ਬੈਠਾ ਸੀ ਤੇ ਉਹਨੇ ਜਾ ਕੇ ਉਹਦੀ ਵੱਖੀ ਵਿੱਚ ਲੱਤ ਮਾਰੀ। ਜਦੋਂ ਵੱਖੀ ਵਿੱਚ ਲੱਤ ਮਾਰੀ ਤੇ ਉਸ ਵੇਲੇ ਉਸ ਰਿਖੀ ਦੀਆਂ ਅੱਖਾਂ ਖੁੱਲੀਆਂ ਤੇ ਉਹਨੇ ਕੋਈ ਉਸ ਨੂੰ ਗਿਲਾ ਸ਼ਿਕਵਾ ਨਹੀਂ ਜ਼ਾਹਰ ਹੋਣ ਦਿੱਤਾ, ਤੇ ਵਿਸ਼ਨੂੰ ਦੇ ਚਰਨ ਫੜ ਲਏ। ਕਹਿਣ ਲੱਗਾ ਐ ਵਿਸ਼ਨੂੰ ਜੀ, ਤੁਸੀਂ ਬੜੀ ਮੇਰੇ ਤੇ ਕਿਰਪਾ ਕੀਤੀ, ਤੁਹਾਡੇ ਦਰਸ਼ਨਾਂ ਨੂੰ ਤਾਂ ਦੁਨੀਆ ਤਰਸਦੀ ਫਿਰਦੀ ਹੈ, ਪਰ ਤੁਸੀਂ ਮੈਨੂੰ ਆ ਕੇ ਦਰਸ਼ਨ ਦਿੱਤੇ, ਮੈਂ ਧੰਨ ਭਾਗ ਸਮਝਦਾ ਹਾਂ, ਤੁਸੀਂ ਮੈਨੂੰ ਖਿਮਾ ਕਰੋ। ਤੇ ਵਿਸ਼ਨੂੰ ਦੇਵਤਾ ਬੜਾ ਹੈਰਾਨ ਹੋਇਆ, ਕਹਿੰਦਾ ਵੀ ਇੰਨੀ ਨਿਮਰਤਾ, ਇੰਨੀ ਨਿਰਹੰਕਾਰਤਾ, ਇੰਨੀ ਸਹਿਨਸ਼ੀਲਤਾ, ਕਮਾਲ ਦੀ ਗੱਲ ਹੈ। ਕੋਈ ਆਦਮੀ ਸੁੱਤਾ ਪਿਆ ਹੋਵੇ, ਤੁਸੀਂ ਜਾ ਕੇ ਉਹਨੂੰ ਜਗਾ ਵੀ ਦਿਓ, ਉਹਨਾਂ ਨੂੰ ਗੁੱਸਾ ਆਉਂਦਾ ਵੀ ਮੈਨੂੰ ਸੌਣ ਕਿਉਂ ਨਹੀਂ ਦਿੰਦਾ। ਕੋਈ ਆਦਮੀ ਆਪਣੇ ਆਰਾਮ ਦੇ ਵਿੱਚ ਬੈਠਾ, ਤੁਸੀਂ ਮਾੜੀ ਜੀ ਗੱਲ ਜਾ ਕੇ ਆਖੋ, ਉਸੇ ਵੇਲੇ ਪਰੇਸ਼ਾਨ ਹੋ ਜਾਂਦਾ। ਪਰ ਹੁਣ ਸਮਾਧੀ ਵਿੱਚ ਬੈਠਾ ਆਦਮੀ, ਉਹਨੂੰ ਜਾ ਕੇ ਲੱਤ ਮਾਰ ਦੇਣੀ ਕੋਈ ਮਾੜੀ ਮੋਟੀ ਗੱਲ ਨਹੀਂ ਸੀ। ਤੇ ਪਰ ਉਹਨੇ ਆਪਣੇ ਆਪੇ ਦੀ ਵਿਚਾਰ ਕੀਤੀ ਤੇ ਵਿਸ਼ਨੂੰ ਜੀ ਦੇ ਚਰਨ ਫੜ ਲਏ। ਕਹਿਣ ਲੱਗਾ ਮਹਾਰਾਜ ਧੰਨ ਭਾਗ ਨੇ ਤੁਸੀਂ ਮੈਨੂੰ ਦਰਸ਼ਨ ਦਿੱਤੇ। ਤੇ ਉਸ ਵੇਲੇ ਵਿਸ਼ਨੂੰ ਬੜਾ ਪ੍ਰਸੰਨ ਹੋਇਆ, ਕਹਿਣ ਲੱਗਾ ਮੈਂ ਤੇਰੇ ਤੇ ਖੁਸ਼ ਹਾਂ, ਮੰਗ ਜੋ ਮੰਗਣਾ। ਤਾਂ ਅੱਗੋਂ ਭਰਗੂ ਰਿਖੀ ਕਹਿਣ ਲੱਗਾ, ਕਹਿੰਦਾ ਬਸ ਮਹਾਰਾਜ ਮੇਰੇ ਤੇ ਇਹੀ ਕਿਰਪਾ ਕਰੋ ਬਈ ਤੁਸੀਂ ਜਿੱਥੇ ਵੀ ਮੈਂ ਜਾਵਾਂ ਤੇ ਤੁਹਾਡੇ ਚਰਨਾਂ ਦਾ ਜਿਹੜਾ ਨਿਸ਼ਾਨ ਹੈ ਉਹ ਹਮੇਸ਼ਾ ਲਈ ਮੇਰੇ ਨਾਲ ਹੀ ਰਵੇ, ਤਾਂ ਕਿ ਇਸ ਗੱਲ ਦਾ ਲੋਕਾਂ ਨੂੰ ਅਹਿਸਾਸ ਹੋਵੇ ਵੀ ਹਾਂ ਇਹ ਵਿਸ਼ਨੂੰ ਜੀ ਦੇ ਚਰਨਾਂ ਕਮਲਾਂ ਦਾ ਚਿੰਨ੍ਹ ਹੈ।
ਸੋ ਕਹਿਣ ਤੋਂ ਭਾਵ ਇਹ ਨਿਮਰਤਾ ਇੱਕ ਬੜੀ ਵੱਡੀ ਚੀਜ਼ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾਉਂਦੇ ਹਨ ਵੀ ਸੰਸਾਰ ਦੇ ਵਿੱਚ ਨਿਮਾਣਾ ਹੋ ਕੇ ਰਹਿਣਾ ਚਾਹੀਦਾ ਹੈ ਤੇ ਫਿਰ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਉਹ ਪਾਰ ਹੋ ਜਾਂਦਾ। ਪੌੜੀ ਰਾਰਾ ਰੇਨ ਹੋਤ ਸਭ ਜਾ ਕੀ। ਲਵਣ ਪੌੜੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਾਰੇ ਅੱਖਰ ਦੁਆਰਾ ਉਪਦੇਸ਼ ਦਿੰਦੇ ਹਨ। ਰਾਰਾ ਰੇਨ ਹੋਤ ਸਭ ਜਾ ਕੀ। ਸਤਿਗੁਰੂ ਕਹਿੰਦੇ ਨੇ ਕਿ ਐ ਮਨਾ ਜਿਸ ਗੁਰੂ ਪਰਮੇਸ਼ਰ ਦੇ ਚਰਨਾਂ ਦੀ ਸਾਰੇ ਹੀ ਗੁਰਸਿੱਖ ਮਾਈ ਪਾਈ ਧੂੜ ਬਣਦੇ ਨੇ ਤੇ ਤੂੰ ਵੀ ਉਹ ਜਾ ਕੇ ਸਤਿਗੁਰੂ ਦੇ ਚਰਨ ਪਕੜ ਲੈ। ਤਜ ਅਭਿਮਾਨ ਛੁਟੈ ਤੇਰੀ ਬਾਕੀ। ਜਦੋਂ ਤੂੰ ਜਾ ਕੇ ਸਤਿਗੁਰੂ ਦੇ ਚਰਨ ਫੜ ਲਏਗਾ ਤਜ ਅਭਿਮਾਨ, ਪਰ ਹੰਕਾਰ ਨੂੰ ਛੱਡ ਕੇ ਚਰਨ ਫੜੀ। ਕਿਧਰੇ ਹੰਕਾਰ ਦੇ ਵਿੱਚ ਜਾ ਕੇ ਨਾ ਚਰਨ ਫੜ ਲਵੀਂ। ਜੇ ਕੋਈ ਹੰਕਾਰ ਦੇ ਵਿੱਚ ਚਰਨ ਫੜੇਗਾ ਉਹ ਤੇ ਸਗੋਂ ਪੈਰ ਫੜ ਕੇ ਅਗਲੇ ਨੂੰ ਸੁੱਟਣ ਦੀ ਕੋਸ਼ਿਸ਼ ਕਰੇਗਾ। ਜਦੋਂ ਨਿਮਰਤਾ ਨਾਲ ਚਰਨ ਫੜੇਗਾ ਤੇ ਉਹ ਗੱਲ ਕੁਝ ਵੱਖਰੀ ਹੁੰਦੀ ਹੈ। ਇੱਕ ਉਹ ਛੋਟੀ ਜੀ ਗੱਲ ਯਾਦ ਆ ਗਈ। ਇੱਕ ਪ੍ਰੇਮ ਦੇ ਨਾਲ ਚਰਨ ਫੜੀਦੇ ਨੇ, ਇੱਕ ਆਦਮੀ ਗੁੱਸੇ ਨਾਲ ਵੀ ਪੈਰਾਂ ਨੂੰ ਪਕੜਦਾ ਹੈ। ਵੱਡੇ ਮਹਾਂਪੁਰਖਾਂ ਦੇ ਨਾਲ ਇੱਕ ਭਾਈ ਖੇਮ ਸਿੰਘ ਬੰਗਾਲੀ ਸਿੰਘ ਸੀ, ਕਲਕੱਤੇ ਤੋਂ ਰਲਿਆ ਸੀ ਤੇ ਇੱਕ ਦੂਸਰੇ ਪਾਸੇ ਭਾਈ ਚੰਨਣ ਸਿੰਘ ਥਾਣੇਦਾਰ ਸਿੰਘ ਸੀ ਔਰ ਉਹਨਾਂ ਦਾ ਕਿਸੇ ਗੱਲ ਤੋਂ ਆਪਸ ਵਿੱਚ ਤਕਰਾਰ ਹੋਇਆ। ਖੇਮ ਸਿੰਘ ਬੰਗਾਲੀ ਦਾ ਸੁਭਾਅ ਸੀ, ਉਹ ਕੁਛ ਬੋਲਦਾ ਜ਼ਿਆਦਾ ਸੀ ਤੇ ਉਸ ਚੰਨਣ ਸਿੰਘ ਥਾਣੇਦਾਰ ਨੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਕਹਿੰਦਾ ਮਹਾਰਾਜ ਬਈ ਇਹ ਖੇਮ ਸਿੰਘ ਬੰਗਾਲੀ ਨੇ ਬਿਲਾ ਵਜ੍ਹਾ ਇਹਨੇ ਮੇਰੇ ਨਾਲ ਝਗੜਾ ਕੀਤਾ ਹੈ। ਮੈਂ ਉਹਨੂੰ ਬੁਲਾਇਆ ਤੱਕ ਨਹੀਂ ਸੀ, ਬੰਗਾਲੀ ਦੀ ਜ਼ੁਬਾਨ ਨਹੀਂ ਰਹਿੰਦੀ, ਇਸ ਲਈ ਇਹਨੇ ਮੇਰੇ ਨਾਲ ਬਿਨਾਂ ਮਤਲਬ ਤੋਂ ਝਗੜਾ ਕੀਤਾ। ਤੇ ਮਹਾਂਪੁਰਖ ਕਹਿਣ ਲੱਗੇ ਲਿਆਓ ਉਸ ਨੂੰ ਬੁਲਾ ਕੇ। ਬੰਗਾਲੀ ਨੂੰ ਵੀ ਬੁਲਾ ਲਿਆ ਤੇ ਮਹਾਂਪੁਰਖ ਕਹਿਣ ਲੱਗੇ ਭਾਈ ਖੇਮ ਸਿੰਘ ਜੀ ਤੁਸੀਂ ਇਹ ਨਜਾਇਜ਼ ਸਿੰਘ ਨਾਲ ਤੁਸੀਂ ਝਗੜਾ ਕੀਤਾ, ਤੈਨੂੰ ਮਾਫੀ ਮੰਗਣੀ ਪਵੇਗੀ। ਉਹ ਬੜਾ ਉਹ ਅਜੀਬ ਜਿਹੇ ਕਿਸਮ ਦਾ ਸਿੰਘ ਸੀ। ਉਹ ਕਹਿੰਦਾ ਮੈਂ ਮਾਫੀ ਨਹੀਂ ਮੰਗਣੀ। ਹੰਕਾਰ ਸੀ ਉਹਦੇ ਮਨ ਵਿੱਚ। ਮਹਾਂਪੁਰਖ ਕਹਿਣ ਲੱਗੇ ਮਾਫੀ ਮੰਗਣੀ ਪਵੇਗੀ। ਕਹਿੰਦਾ ਨਹੀਂ ਮੈਂ ਮਾਫੀ ਨਹੀਂ ਮੰਗਾਂਗਾ। ਮਹਾਂਪੁਰਖਾਂ ਨੇ ਤੀਜਾ ਬਚਨ ਕਿਹਾ, ਕਹਿਣ ਲੱਗੇ ਨਹੀਂ ਤੈਨੂੰ ਮਾਫੀ ਮੰਗਣੀ ਪਵੇਗੀ। ਸਾਰੇ ਸਿੰਘ ਕਹਿਣ ਲੱਗੇ ਗੁਰਮੁਖਾ ਤੂੰ ਮਾਫੀ ਮੰਗ ਲੈ, ਇਹਦੇ ਨਾਲ ਕੀ ਫਰਕ ਪੈਣ ਲੱਗਿਆ। ਹੋਏ ਨਿਮਾਣਾ ਜਗ ਰਹੋ ਨਾਨਕ ਨਦਰੀ ਪਾਰ। ਤਾਂ ਉਸ ਵੇਲੇ ਉਹਦੇ ਮਨ ਦੇ ਵਿੱਚ ਤਾਂ ਗੁੱਸਾ ਸੀ ਤੇ ਉਹਨੇ ਜਾ ਕੇ ਉਹ ਦੂਜੇ ਸਿੰਘ ਦੇ ਜਾ ਕੇ ਪੈਰ ਫੜ ਲਏ ਤੇ ਉਹ ਵੀ ਚੌੜਾ ਹੋ ਕੇ ਖੜਾ ਸੀ ਵੀ ਹੁਣ ਮੇਰੇ ਕੋਲੋਂ ਮਾਫੀ ਮੰਗ ਰਿਹਾ ਹੈ। ਕਿਉਂਕਿ ਜਿਹਦੇ ਕੋਲੋਂ ਮਾਫੀ ਮੰਗੀ ਜਾਂਦੀ ਉਹਦੇ ਮਨ ਵਿੱਚ ਹੰਕਾਰ ਉਸ ਵੇਲੇ ਜ਼ਿਆਦਾ ਭਾਰਾ ਹੋ ਜਾਂਦਾ ਵੀ ਹੁਣ ਇਹ ਮੇਰੇ ਕੋਲੋਂ ਮਾਫੀ ਮੰਗ ਰਿਹਾ ਹੈ। ਪਰ ਹੈ ਤੇ ਹੰਕਾਰ ਮਾੜੀ ਚੀਜ਼ ਹੁੰਦੀ ਹੈ। ਜੇ ਕੋਈ ਮਾਫੀ ਮੰਗਣ ਆ ਵੀ ਜਾਂਦਾ ਤੇ ਉਹਨੂੰ ਪਹਿਲਾਂ ਹੀ ਕਹਿ ਦਿਓ ਵੀ ਚੱਲ ਵੀ ਠੀਕ ਹੈ ਕੋਈ ਗੱਲ ਨਹੀਂ, ਪੈਰੀ ਨਾ ਹੱਥ ਲਾਉਣ ਦਿਓ। ਇਹਦੇ ਵਿੱਚ ਆਪਣਾ ਹੀ ਕੋਈ ਨਾ ਕੋਈ ਪੁੰਨ ਕਰਮ ਨਸ਼ਟ ਹੁੰਦਾ। ਇਹ ਕੁਛ ਐਸੀਆਂ ਸੂਖਮ ਵਿਚਾਰਾਂ ਨੇ ਜੋ ਸਾਡੇ ਕੰਮ ਆਉਣ ਵਾਲੀਆਂ ਨੇ। ਉਹ ਕਹਿੰਦੇ ਨੇ ਜਦੋਂ ਬੰਗਾਲੀ ਉਹ ਦੂਜੇ ਸਿੰਘ ਦੇ ਚਰਨੀ ਪਿਆ ਤੇ ਉਹਨੇ ਆਖਿਆ ਮਾਫੀ ਮੰਗਣ ਲੱਗਿਆ ਤੇ ਮਹਾਂਪੁਰਖ ਉੱਥੋਂ ਦੂਜੇ ਪਾਸੇ ਕੋਈ ਹੋਰ ਸਿੰਘ ਸੀ ਉਹਨਾਂ ਵੱਲ ਚਲੇ ਗਏ ਤੇ ਉਹਨੇ ਉਹਦੇ ਪੈਰ ਫੜ ਕੇ ਪੈਰਾਂ ਤੇ ਜ਼ੋਰ ਦੀ ਦੰਦੀ ਵੱਢ ਦਿੱਤੀ। ਫੜੇ ਪੈਰ ਹੀ ਸੀ ਉਹਨੇ, ਜੋ ਪੈਰ ਫੜ ਕੇ ਦੰਦੀ ਵੱਢੀ ਤੇ ਨਾ ਹੁਣ ਉਹ ਵਿਚਾਰਾ ਭੱਜਣ ਜੋਗਾ, ਪੈਰ ਵੀ ਫੜੇ ਹੋਏ ਤੇ ਉਹ ਕਵੇ ਮਹਾਂਪੁਰਖੋ ਮੈਨੂੰ ਬਚਾਓ, ਇਹ ਮੈਨੂੰ ਤਾਂ ਖਰਾਬ ਕਰ ਰਿਹਾ ਹੈ, ਮੇਰੇ ਦੰਦੀਆਂ ਵੱਢ ਰਿਹਾ ਹੈ, ਚੱਕ ਵੱਢ ਰਿਹਾ ਹੈ। ਚਲੋ ਫਿਰ ਸਿੰਘਾਂ ਨੇ ਫੜ ਫੁੜ ਕੇ ਛਡਾਇਆ। ਕਹਿਣ ਤੋਂ ਭਾਵ ਵੀ ਇਸ ਤਰ੍ਹਾਂ ਨਹੀਂ ਮਾਫੀ ਮੰਗਣੀ, ਗੁੱਸੇ ਵਿੱਚ ਨਹੀਂ ਕਿਸੇ ਦੇ ਪੈਰੀਂ ਪੈਣਾ, ਨਿਮਰਤਾ ਨਾਲ ਹੀ ਮਾਫੀ ਮੰਗਣੀ ਹੁੰਦੀ ਹੈ। ਲਓ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਦਿੰਦੇ ਹਨ, ਤਜ ਅਵਮਾਨ ਛੁੱਟੈ ਤੇਰੀ ਬਾਕੀ। ਵੀ ਜਦੋਂ ਹੰਕਾਰ ਛੱਡ ਕੇ ਸਤਿਗੁਰੂ ਦੇ ਚਰਨੀ ਪਵੇਂਗਾ, ਛੁੱਟੈ ਤੇਰੀ ਬਾਕੀ। ਫਿਰ ਜਿਹੜੀ ਤੇਰੇ ਹੋਰ ਕਰਮਾਂ ਦੀ ਬਾਕੀ ਹੈ, ਪਾਪ ਤੇਰੇ ਹੋਰ ਜਿਹੜੇ ਪਾਪ ਰੂਪੀ ਕਰਮ ਨੇ, ਉਹ ਕਰਮਾਂ ਦੀ ਬਾਕੀ ਸਾਰੀ ਛੁੱਟ ਜਾਵੇਗੀ। ਪਾਪ ਸਾਰੇ ਤੇਰੇ ਪਾਪ ਬਖਸ਼ੇ ਜਾਣਗੇ। ਰਣ ਦਰਗਹਿ ਤੋ ਸੀਜਹਿ ਭਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਸੰਸਾਰ ਦੇ ਵਿੱਚ ਇੱਕ ਸੰਘਰਸ਼ ਚੱਲ ਰਿਹਾ ਹੈ। ਇੱਕ ਪਾਸੇ ਗੁਰਮੁਖ ਨੇ, ਦੂਜੇ ਪਾਸੇ ਮਨਮੁਖ ਨੇ। ਇੱਕ ਪਾਸੇ ਧਰਮ ਹੈ, ਦੂਜੇ ਪਾਸੇ ਅਧਰਮ ਹੈ। ਇੱਕ ਪਾਸੇ ਪੁੰਨ ਹੈ, ਦੂਸਰੇ ਪਾਸੇ ਪਾਪ ਹੈ। ਇੱਕ ਪਾਸੇ ਚੰਗੇ ਨੇ, ਇੱਕ ਪਾਸੇ ਮਾੜੇ ਲੋਕ ਨੇ। ਇਹ ਸੰਘਰਸ਼ ਚੱਲ ਰਿਹਾ ਹੈ ਤੇ ਹਜ਼ੂਰ ਕਹਿੰਦੇ ਨੇ ਰਣ ਦਰਗਹਿ ਤੋ ਸੀਜਹਿ ਭਾਈ। ਹੇ ਭਾਈ
ਤੂੰ ਇਸ ਜੰਗ ਨੂੰ ਜਿੱਤ ਕੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਤਾਂ ਪ੍ਰਵਾਨ ਹੋ ਸਕਦਾ ਹੈ। ਜੋ ਗੁਰਮੁਖ ਰਾਮ ਨਾਮ ਲਿਵ ਵੀ ਲਾਈ, ਜੇਕਰ ਤੂੰ ਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਦੇ ਨਾਮ ਦੇ ਨਾਲ ਲਿਵ ਲਾ ਲਵੇਂ, ਫਿਰ ਤੂੰ ਇਸ ਜੰਗ ਨੂੰ ਜਿੱਤ ਕੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਸੁਰਖਰੂ ਹੋ ਸਕਦਾ ਹੈ। ਰਹਿਤ ਰਹਿਤ ਰਹਿ ਜਾਹੇ ਬਿਕਾਰਾ, ਪੜ੍ਹ ਦਿਓ। ਗੁਰ ਪੂਰੇ ਕੈ ਸ਼ਬਦ ਅਪਾਰਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰ ਪੂਰੇ ਕੈ ਸ਼ਬਦ ਅਪਾਰਾ। ਅਨਵੇਂ ਕਰਕੇ ਦੋਨਾਂ ਪੰਕਤੀਆਂ ਦਾ ਇਕੱਠਾ ਅਰਥ ਲੱਗੇਗਾ ਵੀ ਪੂਰੇ ਗੁਰੂ ਦੇ ਅਪਾਰ ਸ਼ਬਦ ਦੁਆਰਾ, ਅਪਾਰ ਸ਼ਕਤੀ ਵਾਲਾ ਗੁਰੂ ਦਾ ਸ਼ਬਦ ਹੈ। ਪੂਰੇ ਗੁਰੂ ਦੇ ਉਸ ਅਪਾਰ ਸ਼ਕਤੀ ਵਾਲੇ ਸ਼ਬਦ ਦਾ ਅਭਿਆਸ ਕਰਦਿਆਂ ਹੋਇਆਂ ਰਹਿਤ ਰਹਿਤ ਰਹਿ ਜਾਏ ਬਿਕਾਰਾ, ਤੇ ਗੁਰੂ ਦੀ ਬਖਸ਼ੀ ਹੋਈ ਰਹਿਤ ਵਿੱਚ ਰਹਿੰਦਿਆਂ ਹੋਇਆਂ ਤੇ ਸਾਰੇ ਵਿਕਾਰ ਰਹਿ ਜਾਂਦੇ ਨੇ। ਇਹਦਾ ਮਤਲਬ ਇਹ ਹੈ, ਜਦੋਂ ਪੂਰੇ ਗੁਰੂ ਤੋਂ ਉਪਦੇਸ਼ ਲੈ ਕੇ ਤੇ ਪੂਰੇ ਗੁਰੂ ਦੀ ਬਖਸ਼ੀ ਹੋਈ ਬਾਣੀ ਤੇ ਬਾਣੀ ਦੀ ਰਹਿਤ, ਰਹਿਤ ਦੋ ਕਿਸਮ ਦੀ ਹੈ, ਇੱਕ ਬਾਣੀ ਦੀ ਰਹਿਤ ਹੈ, ਦੂਸਰੀ ਬਾਣੀ ਦੀ ਰਹਿਤ ਹੈ। ਜਿਹੜੀ ਬਾਣੀ ਦੀ ਰਹਿਤ ਹੈ ਉਹਦਾ ਸੰਬੰਧ ਤੇ ਸਾਡੀ ਜ਼ਮੀਰ ਦੇ ਨਾਲ ਹੈ, ਸਾਡੀ ਰੂਹ ਦੇ ਨਾਲ ਹੈ, ਸਾਡੀ ਆਤਮਾ ਦੇ ਨਾਲ ਹੈ, ਤੇ ਜਿਹੜਾ ਬਾਣਾ ਹੈ ਉਹਦਾ ਸੰਬੰਧ ਸਾਡੇ ਸਰੀਰ ਨਾਲ ਹੈ, ਸਾਡੀ ਬਾਹਰਲੀ ਬਾਡੀ ਦੇ ਨਾਲ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਦੋ ਕਿਸਮ ਦੀ ਰਹਿਤ ਬਖਸ਼ੀ, ਬਾਣੀ ਤੇ ਬਾਣੀ ਦੀ। ਬਾਣੀ ਦੀ ਰਹਿਤ ਸਾਡਾ ਆਤਮਿਕ ਜੀਵਨ ਹੈ, ਤੇ ਬਾਣੀ ਦੀ ਰਹਿਤ ਉਸ ਜੀਵਨ ਦੀ ਰਖਵਾਲੀ ਦੇ ਵਾਸਤੇ ਵਾੜ ਦਾ ਕੰਮ ਕਰਦਾ ਹੈ। ਜਿਵੇਂ ਕੋਈ ਸਿਆਣਾ ਜ਼ਿਮੀਂਦਾਰ ਕੋਈ ਨਿਆਈ ਦੇ ਵਿੱਚ ਖੇਤ ਬੀਜਦਾ ਹੈ, ਉਹਦੇ ਆਲੇ ਦੁਆਲੇ ਵਾੜ ਵੀ ਕਰ ਦਿੰਦਾ ਹੈ, ਤੇ ਵਾੜ ਹਮੇਸ਼ਾ ਕੰਡਿਆਂ ਵਾਲੀ ਹੀ ਹੁੰਦੀ ਹੈ ਜਿਹੜੀ ਉਸ ਖੇਤ ਦੀ ਰੱਖਿਆ ਕਰਦੀ ਹੈ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਜਿੱਥੇ ਗੁਰਸਿੱਖੀ ਜੀਵਨ ਤੇ ਨਾਲ ਨਾਮ ਬਾਣੀ ਦਾ ਅਭਿਆਸ ਪਰਉਪਕਾਰੀ ਜੀਵਨ ਪ੍ਰਦਾਨ ਕੀਤਾ ਹੈ, ਫਿਰ ਉਹਦੀ ਰੱਖਿਆ ਦੀ ਖਾਤਰ ਗੁਰੂ ਮਹਾਰਾਜ ਨੇ 5 ਅਖਕਾਰਾਂ ਦੀ ਰਹਿਤ ਬਖਸ਼ੀ ਹੈ। ਨਿਸ਼ਾਨੇ ਸਿੱਖੀ 5 ਹਰ ਪਸਤ ਕਾਫ, ਹਰਗਿਜ਼ ਨਾ ਬਾਸ਼ਦ ਅਜ਼ੀ 5 ਮੁਆਫ, ਕੜਾ ਕਰ ਦੋ ਕਸ਼ ਕੰਗੇ ਬਿਦਾਂ ਬਿਲਾ ਕੇਚ ਅਸ ਜੁਮਲੇ ਨਿਸ਼ਾਨ। ਇਹ ਜਿਹੜੀ ਬਾਹਰਲੀ ਰਹਿਤ ਹੈ ਇਹ ਮਾਨੋ ਵਾੜ ਹੈ। ਹਜ਼ੂਰ ਕਹਿੰਦੇ ਨੇ, ਜਿਹੜਾ ਆਦਮੀ ਸਤਿਗੁਰੂ ਦੀ ਬਖਸ਼ੀ ਬਾਣੀ ਤੇ ਬਾਣੀ ਦੀ ਰਹਿਤ ਵਿੱਚ ਰਹਿੰਦਾ ਹੈ ਤੇ ਫਿਰ ਉਹ ਵਿਕਾਰਾਂ ਤੋਂ ਰਹਿਤ ਹੋ ਜਾਂਦਾ, ਉਹਦੇ ਵਿਕਾਰ ਮਿਟ ਜਾਂਦੇ ਨੇ। ਕਿਉਂਕਿ ਜਿਹੜੀ ਬਾਹਰਲੀ ਰਹਿਤ ਹੈ ਉਹ ਬਾਹਰਲੇ ਜਿਹੜੇ ਕੋਈ ਦੁਸ਼ਮਣ ਹਮਲਾ ਕਰਦੇ ਨੇ, ਕੋਈ ਫਸਲ ਦੇ ਵਿਰੋਧੀ ਨੇ, ਜਿਵੇਂ ਕੋਈ ਪਸ਼ੂ ਆ ਕੇ ਰਾਤ ਨੂੰ ਚਰ ਜਾਂਦੇ ਨੇ, ਉਹਨਾਂ ਤੋਂ ਇਹ ਬਾਹਰਲੀ ਵਾੜ ਰੱਖਿਆ ਕਰਦੀ ਹੈ। ਤੇ ਜਿਹੜੇ ਭਾਈ ਉਸ ਫਸਲ ਦੇ ਵਿੱਚ ਕੋਈ ਹੋਣ ਵਾਲੇ ਨੁਕਸਾਨ ਨੇ, ਉਹਨਾਂ ਤੋਂ ਸਾਡੀ ਬਾਣੀ ਰੱਖਿਆ ਕਰਦੀ ਹੈ। ਇਉਂ ਗੁਰੂ ਦੀ ਬਖਸ਼ੀ ਬਾਣੀ ਤੇ ਬਾਣੀ ਦੀ ਰਹਿਤ ਨੂੰ ਧਾਰਨ ਕਰਕੇ ਤੇ ਮਨੁੱਖ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ। ਰਾਤੇ ਰੰਗ ਨਾਮ ਰਸ ਮਾਤੇ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਹਰ ਗੁਰ ਕੀਨੀ ਦਾਤੇ। ਇਹਨਾਂ ਪੰਕਤੀਆਂ ਦਾ ਵੀ ਇਕੱਠਾ ਅਰਥ ਲੱਗੇਗਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਤੇ ਗੁਰੂ ਅਤੇ ਪਰਮੇਸ਼ਰ ਨੇ ਰਹਿਮਤ ਦੀ ਦਾਤ ਬਖਸ਼ਿਸ਼ ਕੀਤੀ ਹੈ, ਰਾਤੇ ਰੰਗ ਨਾਮ ਰਸ ਮਾਤੇ, ਉਸ ਵਾਹਿਗੁਰੂ ਦੇ ਭਗਤੀ ਦੇ ਰੰਗ ਵਿੱਚ ਰੰਗੇ ਗਏ ਨੇ ਤੇ ਵਾਹਿਗੁਰੂ ਦੇ ਨਾਮ ਰਸ ਦੇ ਵਿੱਚ ਮਸਤ ਹੋ ਗਏ ਹਨ। ਸ਼ਲੋਕ ਲਾਲਚ ਝੂਠ ਵਿਖੇ ਬਿਆਦ, ਯਾ ਦੇਹੀ ਮਹਿਬਾਸ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਲੱਲੇ ਅੱਖਰ ਦੁਆਰਾ ਉਪਦੇਸ਼ ਦਿੰਦੇ ਹਨ ਵੀ ਸਾਡੀ ਇਸ ਦੇਹੀ ਦੇ ਅੰਦਰ ਕੀ ਕੁਛ ਹੈ, ਇਹਦੇ ਬਾਰੇ ਸੋਚਣ ਦੀ ਲੋੜ ਹੈ। ਹਜ਼ੂਰ ਕਹਿੰਦੇ ਨੇ, ਸਾਡੇ ਸਰੀਰ ਵਿੱਚ ਇੱਕ ਤਾਂ ਲਾਲਚ ਹੈ, ਦੂਸਰਾ ਝੂਠ ਹੈ, ਤੀਸਰੀ ਗੱਲ ਵਿਖਿਆ ਦਾ ਅਰਥ ਵਿਸ਼ੇ ਨੇ। ਵਿਸ਼ੇ ਨੇ ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਵੀ ਸਾਡੇ ਸਰੀਰ ਵਿੱਚ ਹੀ ਨੇ। ਤੇ ਵਿਆਹ ਦਾ ਅਰਥ ਹੈ ਹੋਰ ਅਨੇਕਾਂ ਕਿਸਮ ਦੀਆਂ ਬਿਮਾਰੀਆਂ, ਇਹ ਵੀ ਸਾਡੇ ਸਰੀਰ ਵਿੱਚ ਹੀ ਨੇ। ਇਹ ਸਾਰੀਆਂ ਚੀਜ਼ਾਂ ਦਾ ਸੰਬੰਧ ਸਾਡੀ ਦੇਹ ਦੇ ਨਾਲ ਹੀ ਹੈ। ਲਾਲਚ, ਝੂਠ, ਵਿਸ਼ੇ ਤੇ ਵਿਆਹ ਜਿੰਨੀਆਂ ਬਿਮਾਰੀਆਂ ਨੇ, ਇਹ ਦੇਹੀ ਮੈਂ ਬਾਸ, ਇਹਨਾਂ ਸਾਰੀਆਂ ਚੀਜ਼ਾਂ ਦਾ ਸਾਡੀ ਦੇਹ ਦੇ ਵਿੱਚ ਨਿਵਾਸ ਹੈ। ਹਰ ਹਰ ਅੰਮ੍ਰਿਤ ਗੁਰਮੁਖ ਪੀਆ, ਨਾਨਕ ਸੂਖ ਨਿਵਾਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਵਿਅਕਤੀ ਨੇ, ਉਹਨਾਂ ਨੇ ਇਹਨਾਂ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਨ ਦੇ ਲਈ ਸਤਿਗੁਰੂ ਦੇ ਪਾਸ ਜਾ ਕੇ ਅੰਮ੍ਰਿਤ ਛਕ ਲਿਆ। ਹਰ ਹਰ ਅੰਮ੍ਰਿਤ ਗੁਰਮੁਖ ਪੀ। ਅਭੀ ਗੁਰਮੁਖਾਂ ਨੇ
ਇਹਨਾਂ ਸਾਰੀਆਂ ਬਿਮਾਰੀਆਂ ਨੂੰ ਨਾਸ਼ ਕਰਨ ਦੇ ਲਈ ਸਤਿਗੁਰੂ ਦੇ ਪਾਸ ਜਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਤੇ ਨਾਲ ਨਾਮ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ ਤੇ ਨਾਮ ਬਾਣੀ ਦੇ ਅਭਿਆਸ ਦੇ ਵਿੱਚ ਲੱਗ ਗਿਆ। ਨਾਨਕ ਸੁਖ ਨਿਵਾਸ ਹਜ਼ੂਰ ਕਹਿੰਦੇ ਪਾਏ, ਫਿਰ ਉਹਦਾ ਸੁਖ ਦੇ ਵਿੱਚ ਨਿਵਾਸ ਹੋ ਗਿਆ। ਪੌੜੀ ਲੱਲਾ ਲਾਵੋ ਔਖਦ ਜਾਹੂ। ਲਓ ਪੌੜੀ ਵਿੱਚ ਲੱਲੇ ਅੱਖਰ ਦੁਆਰਾ ਸਤਿਗੁਰੂ ਉਪਦੇਸ਼ ਦਿੰਦੇ ਹਨ ਬਈ ਜਿਸ ਨੂੰ ਤੁਸੀਂ ਇਹ ਨਾਮ ਦੀ ਦਾਰੂ ਲਾ ਦਿੰਦੇ ਹੋ, ਕਿਉਂਕਿ ਵਾਹਿਗੁਰੂ ਦਾ ਨਾਮ ਇੱਕ ਦਾਰੂ ਹੈ, ਸਰਬ ਰੋਗ ਕਾ ਔਖਦ ਨਾਮ। ਇਹ ਨਾਮ ਸਾਰੀਆਂ ਮਰਜ਼ਾਂ ਦਾ ਇੱਕ ਦਾਰੂ ਹੈ। ਹਜ਼ੂਰ ਕਹਿੰਦੇ ਨੇ ਭਾਈ ਜਿਸ ਨੂੰ ਤੁਸੀਂ ਇਹ ਨਾਮ ਦਾ ਦਾਰੂ ਲਾ ਦਿੰਦੇ ਹੋ, ਦੁੱਖ ਦਰਦ ਤੇ ਮਿਟੇ ਖਿਨਾਹੂ। ਫਿਰ ਉਹਦੇ ਜਿੰਨੇ ਵੀ ਦੁੱਖ ਦਰਦ ਪੀੜਾ ਨੇ ਖਿਨ ਦੇ ਵਿੱਚ ਹੀ ਮਿਟ ਜਾਂਦੇ ਨੇ। ਕਿਉਂਕਿ ਕਈ ਐਸੀਆਂ ਦਵਾਈਆਂ ਹੁੰਦੀਆਂ ਨੇ ਵੀ ਜਦੋਂ ਤੁਹਾਨੂੰ ਤਕਲੀਫ ਹੁੰਦੀ ਹੈ ਤੁਸੀਂ ਉਹਨਾਂ ਨੂੰ ਖਾ ਲਓ, ਝਟ ਆਰਾਮ ਆ ਜਾਂਦਾ। ਕਈ ਐਸੀਆਂ ਦਰਦਨਾਸ਼ਕ ਗੋਲੀਆਂ ਤੇ ਦਵਾਈਆਂ ਬਣੀਆਂ ਹੋਈਆਂ ਨੇ। ਹਜ਼ੂਰ ਕਹਿੰਦੇ ਤੁਸੀਂ ਵਾਹਿਗੁਰੂ ਦੇ ਨਾਮ ਦਾ ਦਾਰੂ ਵੀ ਲਾ ਕੇ ਦੇਖੋ, ਇਹਦੇ ਨਾਲ ਵੀ ਇੱਕ ਖਿੰਨ ਦੇ ਵਿੱਚ ਹੀ ਸਾਰੇ ਦੁੱਖ ਦਰਦ ਮਿਟ ਜਾਂਦੇ ਹਨ। ਨਾਮ ਔਖਦ ਜਿਹ ਹਿਰਦੈ ਹਿਤਾਵੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਨੂੰ ਇਹ ਨਾਮ ਦੀ ਔਸ਼ਧੀ, ਨਾਮ ਦਾ ਦਾਰੂ ਜਿਨ੍ਹਾਂ ਦੇ ਹਿਰਦੇ ਵਿੱਚ ਹਿਤਾਵੈ ਦਾ ਅਰਥ ਚੰਗਾ ਲੱਗਦਾ, ਜਿਨ੍ਹਾਂ ਦੇ ਮਨ ਨੂੰ ਸੁਖਾਉਂਦਾ ਹੈ, ਤਾਹੇ ਰੋਗ ਸੁਪਨੇ ਨਹੀਂ ਆਵੈ। ਤੇ ਭਾਈ ਜਿਹੜੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਜਪਦੇ ਨੇ, ਜਿਨ੍ਹਾਂ ਨੂੰ ਨਾਮ ਦਾ ਦਾਰੂ ਚੰਗਾ ਲੱਗਦਾ ਹੈ, ਤਾਹੇ ਰੋਗ ਸੁਪਨਾ ਨਹੀਂ ਆਵੇ। ਫਿਰ ਉਹਨਾਂ ਦੇ ਜੀਵਨ ਦੇ ਵਿੱਚ ਸੁਪਨੇ ਵਿੱਚ ਵੀ ਕਦੇ ਹਉਮੈ ਦਾ ਰੋਗ ਨਹੀਂ ਆਉਂਦਾ, ਕਦੇ ਹੰਕਾਰ ਦਾ ਰੋਗ ਨਹੀਂ ਆਉਂਦਾ, ਕਦੇ ਵਿਕਾਰ ਦਾ ਰੋਗ ਵੀ ਨਹੀਂ ਆਉਂਦਾ। ਹਰ ਔਖਦ ਸਭ ਘਟ ਹੈ ਭਾਈ। ਲਓ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇੱਕ ਦਾਰੂ ਤਾਂ ਬਾਹਰ ਹੈ ਜਿਹੜੀ ਡਾਕਟਰਾਂ ਹਕੀਮਾਂ ਕੋਲੋਂ ਅਸੀਂ ਲੈਂਦੇ ਹਾਂ, ਇੱਕ ਦਾਰੂ ਸਾਡੇ ਅੰਦਰ ਵੀ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੀ ਹੈ। ਇੱਕ ਬੜੀ ਅਜੀਬ ਗੱਲ ਹੈ, ਸਤਿਗੁਰੂ ਮਹਾਰਾਜ ਨੇ ਪਿੱਛੇ ਆਖਿਆ ਸੀ ਜਿੰਨੀਆਂ ਬਿਮਾਰੀਆਂ ਨੇ ਉਹ ਵੀ ਸਾਡੇ ਸਰੀਰ ਵਿੱਚ ਹੀ ਨੇ, ਤੇ ਜਿਹੜੇ ਉਹਨਾਂ ਦੇ ਇਲਾਜ ਨੇ ਉਹ ਵੀ ਸਾਡੇ ਸਰੀਰ ਵਿੱਚ ਹੀ ਨੇ। ਮਰਜ਼ ਵੀ ਉੱਥੇ ਹੀ ਹੈ ਤੇ ਉਹਦੀ ਦਵਾਈ ਵੀ ਉੱਥੇ ਹੀ ਹੈ। ਦਵਾਈ ਕਿਹੜੀ ਹੈ ਹੁਣ ਉਹਦੇ ਬਾਰੇ ਸਤਿਗੁਰੂ ਕਹਿੰਦੇ ਨੇ ਹਰ ਔਖਦ ਸਭ ਘਟ ਹੈ ਭਾਈ, ਉਹ ਹੈ ਵਾਹਿਗੁਰੂ ਦੇ ਨਾਮ ਦੀ ਦਾਰੂ। ਉਹ ਵੀ ਸਾਡੇ ਅੰਦਰ ਹੀ ਵਾਹਿਗੁਰੂ ਪਰਮੇਸ਼ਰ ਨੇ ਰੱਖੀ ਹੋਈ ਹੈ, ਕਿਉਂਕਿ ਇਹ ਵੀ ਇੱਕ ਗੁਰਬਾਣੀ ਦਾ ਸਿਧਾਂਤ ਹੈ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਂ। ਇੱਕ ਐਸਾ ਨਾਮ ਹੈ ਜੋ ਹਰ ਮਨੁੱਖ ਦੀ ਦੇਹੀ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਗੁਪਤ ਰੱਖਿਆ ਹੋਇਆ। ਜਦੋਂ ਕੋਈ ਗੁਰਮੁਖ ਜਨ ਨਾਮ ਦਾ ਅਭਿਆਸ ਕਰਕੇ ਕਮਾਈ ਕਰਕੇ ਉਸ ਅੰਦਰਲੇ ਨਾਮ ਨੂੰ ਪ੍ਰਗਟ ਕਰ ਲਵੇ, ਉਹ ਐਸਾ ਦਾਰੂ ਹੈ ਜਿਸ ਦੇ ਨਾਲ ਸਭ ਸਰੀਰਕ ਰੋਗ ਵੀ ਮਾਨਸਿਕ ਰੋਗ ਵੀ ਸਾਰੇ ਰੋਗ ਦੂਰ ਹੋ ਸਕਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਦਾ ਦਾਰੂ ਸਾਰੇ ਹੀ ਘਟ ਸਰੀਰਾਂ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਰੱਖਿਆ ਹੋਇਆ। ਗੁਰ ਪੂਰੇ ਬਿਨ ਬਿਦ ਨਾ ਬਨਾਈ। ਪਰ ਨਾਲ ਹੀ ਹਜ਼ੂਰ ਕਹਿੰਦੇ ਨੇ ਪੂਰੇ ਗੁਰੂ ਤੋਂ ਬਿਨਾਂ ਵਾਹਿਗੁਰੂ ਨੇ ਉਸ ਦਾਰੂ ਨੂੰ ਪ੍ਰਗਟ ਕਰਨ ਦੀ ਕੋਈ ਵਿਧੀ ਨਹੀਂ ਬਣਾਈ। ਭਾਵ ਹੁਣ ਡਾਕਟਰ ਹੀ ਅਸਲੀ ਦਵਾਈ ਬਾਰੇ ਜਾਣ ਸਕਦਾ ਹੈ, ਕਿਹੜੀ ਦਵਾਈ ਸਾਡੇ ਦੁੱਖ ਦਰਦ ਨੂੰ ਦੂਰ ਕਰ ਸਕਦੀ ਹੈ, ਤੇ ਹਰ ਆਦਮੀ ਨੂੰ ਉਸ ਬਾਰੇ ਪਤਾ ਨਹੀਂ ਲੱਗ ਸਕਦਾ। ਇਸੇ ਤਰ੍ਹਾਂ ਇਹ ਤਾਂ ਠੀਕ ਹੈ ਨਾਮ ਦਾਰੂ ਹੈ, ਪਰ ਸਤਿਗੁਰੂ ਕਹਿੰਦੇ ਨੇ ਉਹ ਨਾਮ ਦਾਰੂ ਨੂੰ ਪ੍ਰਾਪਤ ਕਰਨ ਵਾਸਤੇ ਵੀ ਗੁਰੂ ਦੀ ਸ਼ਰਨ ਵਿੱਚ ਜਾਣਾ ਪਵੇਗਾ। ਗੁਰ ਪੂਰੇ ਬਿਨ ਬਿਧ ਨਾ ਬਣਾਈ, ਪੂਰੇ ਗੁਰੂ ਤੋਂ ਬਿਨਾਂ ਇਹ ਵਿਧੀ ਸਾਨੂੰ ਮਿਲ ਹੀ ਨਹੀਂ ਸਕਦੀ। ਉਹ ਨਾਮ ਦੇ ਦਾਰੂ ਨੂੰ ਅੰਦਰੋਂ ਕਿਵੇਂ ਪ੍ਰਗਟ ਕਰਨਾ, ਇਹ ਪੂਰੇ ਸਤਿਗੁਰੂ ਹੀ ਸਾਨੂੰ ਕਿਰਪਾ ਕਰਕੇ ਦੱਸਦੇ ਨੇ। ਗੁਰਮੁਖਾ ਪਹਿਲਾਂ ਤੂੰ ਗੁਰੂ ਵਾਲਾ ਬਣ, ਅੰਮ੍ਰਿਤ ਛਕ, ਫਿਰ ਗੁਰੂ ਦੇ ਬਖਸ਼ੇ ਨਾਮ ਦੀ ਕਮਾਈ ਕਰ, ਉਹ ਨਾਮ ਤੇਰੇ ਅੰਦਰ ਜਾਵੇਗਾ, ਉਸ ਨਾਮ ਨਾਲ ਅੰਦਰੋਂ ਉਹ ਨਾਮ ਦਾ ਦਾਰੂ ਪ੍ਰਗਟ ਹੋਵੇਗਾ, ਉਸਨੇ ਹਉਮੈ ਦਾ ਰੋਗ ਨਾਸ਼ ਕਰ ਦੇਣਾ। ਇਸ ਢੰਗ ਦੇ ਨਾਲ ਭਾਈ ਦਵਾਈ ਤਾਂ ਸਭਨਾਂ ਦੇ ਅੰਦਰ ਵਸ ਰਹੀ ਹੈ, ਪਰ ਪੂਰੇ ਗੁਰੂ ਤੋਂ ਬਿਨਾਂ ਮੇਰਾ ਵੈਦ ਗੁਰੂ ਗੋਬਿੰਦਾ, ਉਹਦੀ ਕਿਰਪਾ ਤੋਂ ਬਿਨਾਂ ਉਹਨੂੰ ਪ੍ਰਗਟ ਕਰਨ ਦੀ ਵਰਤਨ ਦੀ ਵਿਧੀ ਨਹੀਂ ਕਿਸੇ ਨੇ ਬਣਾਈ। ਗੁਰ ਪੂਰੈ ਸੰਜਮ ਕਰ ਦੀਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਪੂਰੇ ਗੁਰੂ ਨੇ ਸਾਨੂੰ ਸੰਜਮ ਬਖਸ਼ਿਸ਼ ਕਰ ਦਿੱਤਾ। ਪੂਰਾ ਗੁਰੂ ਕਹਿੰਦਾ ਜੇ ਤੁਸੀਂ ਬਿਮਾਰੀਆਂ ਤੋਂ ਬਚਣਾ ਹੈ ਤੇ ਪਰਹੇਜ਼ ਰੱਖਣਾ ਪਵੇਗਾ। ਸਿਆਣਾ ਡਾਕਟਰ ਵੀ ਇਹੀ ਕਹਿੰਦਾ ਹੈ ਨਾ ਵੀ ਜੇ ਤੂੰ ਬਿਮਾਰੀਆਂ ਤੋਂ ਬਚਣਾ ਹੈ ਤੇ ਪਰਹੇਜ਼ ਕਰਨਾ ਪਵੇਗਾ। ਤੇ ਜਦੋਂ ਆਦਮੀ ਪਰਹੇਜ਼ ਕਰ ਲੈਂਦਾ ਹੈ ਤੇ ਫਿਰ ਦਵਾਈ ਵੀ ਛੇਤੀ ਅਸਰ ਕਰਦੀ ਹੈ ਤੇ ਆਰਾਮ ਵੀ ਛੇਤੀ ਆ ਜਾਂਦਾ ਹੈ। ਜਿਹੜਾ ਬੰਦਾ
ਦਵਾਈ ਵੀ ਖਾਈ ਜਾਂਦਾ ਹੈ ਤੇ ਪਰਹੇਜ਼ ਵੀ ਨਹੀਂ ਰੱਖਦਾ, ਉਹਨੂੰ ਵੀ ਕਦੇ ਤੰਦਰੁਸਤੀ ਨਹੀਂ ਮਿਲ ਸਕਦੀ। ਇਸੇ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਪੂਛਤ ਹੈ ਵੈਦ ਖਾਦ ਔਖਦ ਨਾ ਸੰਜਮ ਸੇ, ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਏ। ਹੁਣ ਸੰਜਮ ਕੋਈ ਰੱਖਦਾ ਨਹੀਂ ਤੇ ਦਵਾਈਆਂ ਖਾਈ ਜਾਂਦਾ, ਉਹਨੂੰ ਵੀ ਕਦੇ ਪੂਰਨ ਆਰਾਮ ਨਹੀਂ ਮਿਲ ਸਕਦਾ। ਇਸੇ ਤਰ੍ਹਾਂ ਠੀਕ ਹੈ ਕਿ ਸਾਡੇ ਵਿੱਚ ਇਹੋ ਜਿਹੇ ਵੀ ਸੱਜਣ ਹਨ ਜਿਹੜੇ ਕੁਛ ਬਾਣੀ ਵੀ ਪੜ੍ਹ ਲੈਂਦੇ ਹੈ, ਕੋਈ ਸੇਵਾ ਵੀ ਕਰ ਲੈਂਦੇ ਨੇ, ਤੇ ਪਰ ਇਹਦੇ ਨਾਲ ਨਾਲ ਜੋ ਪਰਹੇਜ਼ ਹੈ, ਸਤਿਗੁਰੂ ਕਹਿੰਦੇ ਨੇ ਗੁਰਸਿੱਖਾ ਆ ਕੁਰੈਤਾ ਨਹੀਂ ਕਰਨੀਆਂ। ਹੁੱਕਾ ਹਜਾਮਤ ਹਲਾਲੋ ਹਰਾਮ ਬਾਰਿਸ਼ੇ ਹੀ ਨਾ ਕਰ ਦੁਰ ਸਿਆਫਾਂ, ਇਹ 4 ਬੱਜਰ ਕੁਰੈਤਾ ਨੇ। ਹੁੱਕਾ ਪਹਿਲਾਂ ਹੁੱਕੇ ਵਿੱਚ ਤਮਾਕੂ ਦੀ ਵਰਤੋਂ ਪ੍ਰਧਾਨ ਸੀ, ਹੁਣ ਹੋਰ ਕਈ ਰੂਪਾਂ ਦੇ ਵਿੱਚ ਇਸ ਦੀ ਵਰਤੋਂ ਸੰਸਾਰ ਦੇ ਵਿੱਚ ਪ੍ਰਗਟ ਹੈ। ਕਿਸੇ ਤਰੀਕੇ ਨਾਲ ਵੀ ਤਮਾਕੂ ਦੀ ਵਰਤੋਂ ਸਿੱਖੀ ਵਿੱਚ ਬੱਜਰ ਕੁਰੈਤ ਹੈ। ਦੂਸਰੇ ਨੰਬਰ ਤੇ ਕੇਸਾਂ ਦੀ ਰੋਮਾਂ ਦੀ ਬੇਅਦਬੀ ਕਰਨੀ, ਇਹ ਵੀ ਸਿੱਖੀ ਵਿੱਚ ਬੱਜਰ ਕੁਰੈਤ ਹੈ, ਇਹ ਸੰਜਮ ਹੈ ਸਿੱਖੀ ਦੇ। ਹੁੱਕਾ ਹਜਾਮਤ ਹਲਾਲੋ ਹਰਾਮ, ਵੀ ਕੁੱਠਾ ਮਾਸ ਨਹੀਂ ਖਾਣਾ, ਆਪਣੀ ਜ਼ੁਬਾਨ ਦੇ ਸਵਾਦ ਬਦਲੇ ਤੇ ਹੋਰ ਕੋਈ ਜਾਨਵਰਾਂ ਨੂੰ ਮਾਰ ਕੇ ਉਹਨਾਂ ਦਾ ਮਾਸ ਨਹੀਂ ਖਾਣਾ, ਇਹ ਵੀ ਇੱਕ ਬੱਜਰ ਕੁਰੈਤ ਹੈ, ਇਹ ਵੀ ਇੱਕ ਸੰਜਮ ਹੈ। ਤੇ ਨਾਲ ਹਰਾਮ ਪਰਾਇਆ ਕਰ, ਹਰ ਪੁਰਸ਼ ਦੇ ਲਈ ਪਰਾਈ ਇਸਤਰੀ, ਹਰ ਇਸਤਰੀ ਲਈ ਪਰਾਇਆ ਪੁਰਸ਼, ਇਹਦੇ ਲਈ ਸੰਜਮ ਰੱਖਣ ਦਾ ਸਤਿਗੁਰੂ ਦਾ ਹੁਕਮ ਹੈ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਸੰਜਮ ਸਤਿਗੁਰੂ ਨੇ ਸਾਨੂੰ ਬਖਸ਼ਿਆ ਵੀ ਗੁਰਸਿੱਖਾ ਆ ਰਹਿਤ ਰੱਖਣੀ ਹੈ, ਆ ਅਸੂਲ ਨੇ। ਜਦੋਂ ਪੂਰੇ ਗੁਰੂ ਨੇ ਸਾਨੂੰ ਸੰਜਮ ਬਖਸ਼ਿਸ਼ ਕਰ ਦਿੱਤਾ ਤੇ ਫਿਰ ਇਹਦੇ ਨਾਲ ਦਵਾਈ ਨੇ ਪੂਰਾ ਅਸਰ ਕੀਤਾ। ਨਾਨਕ ਤੋ ਫਿਰ ਦੁਖ ਨਾ ਥੀਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਸਾਨੂੰ ਕਦੇ ਵੀ ਦੁੱਖ ਨਹੀਂ ਹੋਇਆ। ਜਦੋਂ ਪਰਹੇਜ਼ ਰੱਖ ਕੇ ਦਵਾਈ ਵਰਤੀ ਜਾਵੇ ਫਿਰ ਪੂਰਨ ਆਰਾਮ ਮਿਲ ਜਾਂਦਾ ਹੈ, ਤੇ ਜੇ ਹੁਣ ਪਰਹੇਜ਼ ਨਾ ਰੱਖਿਆ ਜਾਵੇ ਤੇ ਦਵਾਈ ਵਰਤੀ ਜਾਵੇ ਤੇ ਫਿਰ ਕਦੇ ਨਾ ਕਦੇ ਬਿਮਾਰੀ ਹਾਵੀ ਹੋ ਜਾਂਦੀ ਹੈ, ਫਿਰ ਦੁੱਖ ਭਾਰੀ ਹੋ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਪੂਰੇ ਗੁਰੂ ਨੇ ਸਾਨੂੰ ਸੰਜਮ ਬਖਸ਼ਿਸ਼ ਕਰ ਦਿੱਤਾ। ਗੁਰਸਿੱਖਾ ਅਕੁਰੈਤਾ ਨਹੀਂ ਕਰਨੀਆਂ, ਝੂਠ ਨਹੀਂ ਬੋਲਣਾ, ਚੋਰੀ ਨਹੀਂ ਕਰਨੀ, ਬੇਈਮਾਨੀ ਨਹੀਂ ਕਰਨੀ, ਇਹ ਸੰਜਮ ਕਰ ਦਿੱਤਾ ਹੈ ਤੇ ਫਿਰ ਹੁਣ ਸਾਨੂੰ ਕਦੇ ਵੀ ਦੁੱਖ ਨਹੀਂ ਪ੍ਰਾਪਤ ਹੋਇਆ। ਸ਼ਲੋਕ ਵਾਸੁਦੇਵ ਸਰਬਤਰ ਮੈਂ ਊਨ ਨਾ ਕਤਹੂ ਠਾਏ। ਲਾਉਣ ਵਾਵੇ ਅੱਖਰ ਦੁਆਰਾ ਸਤਿਗੁਰੂ ਉਪਦੇਸ਼ ਦਿੰਦੇ ਨੇ। ਵਾਸੁਦੇਵ, ਵਾਸੁਦੇਵ ਦਾ ਅਰਥ ਹੈ ਪਰਮੇਸ਼ਰ ਜੋ ਸਭ ਨੂੰ ਵਾਸਾ ਦੇਣ ਵਾਲਾ ਹੈ। ਹਜ਼ੂਰ ਕਹਿੰਦੇ ਨੇ ਵਾਸੁਦੇਵ ਸਰਬਤਰ ਮੈਂ, ਉਹ ਵਾਸੁਦੇਵ ਵਾਹਿਗੁਰੂ ਸਰਬਤਰ ਮੈਂ ਸਭ ਦੇ ਅੰਦਰ ਵਸ ਰਿਹਾ ਹੈ। ਕਿ ਸਰਬਤਰ ਦਿਸ ਹੈ, ਕਿ ਸਰਬਤਰ ਭੇਸਾ ਹੈ, ਕਿ ਸਰਬਤਰ ਕਾਲਾ ਹੈ, ਕਿ ਸਰਬਤਰ ਪਾਲਾ ਹੈ। ਕੋਈ ਇਹੋ ਜਿਹੀ ਥਾਂ ਨਹੀਂ ਜਿੱਥੇ ਵਾਹਿਗੁਰੂ ਨਾ ਹੋਵੇ।